1 ਸਾਲ ਪਹਿਲਾਂ ਇਸੇ ਬੰਦੇ ਨੂੰ ਐਕਸਟ੍ਰੀਮ ਹੇਟ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ। ਦੁਨੀਆ ਉਸ ਸਮੇਂ गद्दार और देशद्रोही और पता नहीं किहड़े टैग दे नाल और नफरत पिछले साल बाई नूं ऐसा मिल रहा सी। एक तरफ बहुत ज़्यादा या सब तो ज़्यादा नफरत का पात्र सी और 1 साल के अंदर अंदर वही सब तो ज़्यादा प्यार का पात्र सीगा। पूरा पंजाब ही जिद्दां आया होया सी ते चारों तरफ केसरी पग्गां केसरी दुपट्टे निशान साहब झूल रहे सी। जाण तो पहला दीप भाजी जो अपनियां स्पीचां दे विच अपनियां इंटरव्यूज़ दे विच अपनी लिखतां दे विच बहुत सारे बीज छड्ड गए। जिहड़े बीज दे विचों एक फसल उगेगी ते बहुत सारे दीप सिद्धू ਉਹਦੇ ਵਿੱਚੋਂ ਪੈਦਾ ਹੋਣਗੇ ਕਿ ਜੁਗਨੂਆਂ ਦਾ ਵਾਅਦਾ ਦੀਪ ਦੇ ਨਾਲ ਕਿ ਅੰਧੇਰੇ ਦਾ ਦਬਦਬਾ ਹੋਣ ਨਹੀਂ ਦਿਆਂਗੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਆਪ ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਤੇ ਅੱਜ ਬਹੁਤ ਦਿਨਾਂ ਬਾਅਦ ਲਾਈਵ ਹੋਇਆ। ਤੁਹਾਨੂੰ ਪਤਾ ਹੀ ਹੈ ਰੀਜ਼ਨ। ਕੱਲ੍ਹ ਦਾ ਦਿਨ ਜਿਹੜਾ ਸੀ ਭਾਜੀ ਦੀ ਭੋਗ ਦਾ ਅੰਤਿਮ ਅਰਦਾਸ ਦਾ ਸੀ ਤੇ ਪੂਰਾ ਸ਼ਹਿਰ ਰਸਤੇ ਬਲੌਕ ਸੀਗੇ। ਮਤਲਬ ਮੈਂ ਆਪਣੀ ਜ਼ਿੰਦਗੀ 'ਚ ਇਹੋ ਜਿਹਾ ਨਹੀਂ ਵੇਖਿਆ ਔਰ ਜੋ ਹਾਲ ਇੱਕਦਮ ਭਰਿਆ ਹੋਇਆ ਸੀ। ਇੰਨਾ ਪਿਆਰ किसी शख्स वास्ते मैं अपनी जिंदगी च नहीं वेख्या। बाई दी बहुत सारिया चीज़ां सीगियां जिहड़ियां कमाल सी, जिहदे विचों एक ये भी सी कि 1 साल पहला इसे बंदे नूं एक्सट्रीम हेट का सामना करना पै रहा सीगा। दुनिया उस समय गद्दार और देशद्रोही और पता नहीं किहड़े टैग दे नाल और नफरत पिछले साल ਬਾਈ ਨੂੰ ऐसा मिल रहा सी और 1 साल के बाद एक्सट्रीम लव जिहड़ा एक तरफ बहुत ज़्यादा या सब तो ज़्यादा नफरत का पात्र सी और 1 साल के अंदर अंदर वही सब तो ज़्यादा प्यार का पात्र सीगा। पूरा पंजाब ही जिद्दां आया होया सी ते चारों तरफ केसरी पग्गां केसरी दुपट्टे निशान साहब झूल रहे सी और स्टेज ते बैठे हुए सामने सिर्फ निशान साहब हज़ारां निशान साहब देख के बाई दी होर याद आती सी कि अगर वो हुंदा तो उन्हें बहुत मिस करना सीगा ये सारा। बहुत उन्हें किसी होर नूं बोलण नहीं देना सीगा। उन्हें आप ही शेरा वांगू गजना सी ते कई बारी अखां नम हुईयां ਉਹਨੂੰ याद करते हुए। और फिर एक चीज़ होर भी सच्ची मैं बोलदा मैं कई बारी 3-4 बारी इदा महसूस होया कि बाई उत्थे ही सी, उत्थे ही संगत च किते ना किते बैठा होया सी क्योंकि हमेशा यही बोलदा सी कि मैं संगत च ठीक हाँ। स्टेजां दा उन्होंने इन्ना चाह नहीं सीगा ते कई बारी महसूस होया कि बाई उत्थे ही बैठा है। इन्ने निशान साहब झूलते पे सी, उन्होंने थले जो यूथ आया हुआ सी। तो मैं कई टाइम जिन्ने भी प्रेस वाले पुछते हैं या जिन्ने भी बाद मेरी गल हुई कि हर एक बंदा बोलता भाजी आ माड़ा होया। यकीनन माड़ा होया पर एक काम ये होया कि जाण तो पहला दीप भाजी जो अपनियां स्पीचां दे विच अपनियां इंटरव्यूज़ दे विच अपनी लिखतां दे विच बहुत सारे बीज छड्ड गए। जिहड़े बीज दे विचों एक फसल उगेगी ते बहुत सारे दीप सिद्धू ਉਹਦੇ ਵਿੱਚੋਂ ਪੈਦਾ ਹੋਣਗੇ
ਹਾਲੇ ਉਹ ਨਿਸ਼ਾਨ ਸਾਹਿਬ ਦੇ ਨੀਚੇ ਉਹ ਜੁਗਣੂ ਸੀਗੇ ਸਰ, ਜਿਹੜੇ ਨਿਸ਼ਾਨ ਸਾਹਿਬ ਝੂਲ ਰਹੇ ਸੀ ਕੱਲ, ਉਹ ਜੁਗਨੂ ਸੀ। ਅੱਜ ਦਾ ਟਾਈਟਲ ਮੈਂ ਰੱਖਿਆ ਕਿ ਪੰਜਾਬੀ 'ਚ ਬੋਲ ਦੇਣਾ ਕਿ ਜੁਗਨੂਆਂ ਦਾ ਵਾਅਦਾ ਹੈ ਚਿਰਾਗ ਦੇ ਨਾਲ, ਦੀਪ ਦੇ ਨਾਲ, ਦੀਵਾ ਜਿਹਨੂੰ ਆਪਾਂ ਬੋਲਦੇ ਹਾਂ ਪੰਜਾਬੀ 'ਚ ਦੀਪ, ਕਿ ਜੁਗਨੂਆਂ ਦਾ ਵਾਅਦਾ ਹੈ ਦੀਪ ਦੇ ਨਾਲ ਕਿ ਅੰਧੇਰੇ ਦਾ ਦਬਦਬਾ ਹੋਣ ਨਹੀਂ ਦਿਆਂਗੇ। ਅੱਜ ਤਾਂ ਮੈਂ ਸੋਚ ਕੇ ਕੁਝ ਹੋਰ ਆਇਆ ਸੀਗਾ, ਮੈਂ ਕਿੱਧਰ ਹੋਰ ਹੀ ਕੱਲ ਦੀ ਗੱਲ ਯਾਦ ਕਰਕੇ ਬੋਲਣ ਲੱਗ ਗਿਆ। ਲਾਈਵ ਵੀ ਇਸ ਲਈ ਆਇਆ ਕਿ ਭੈਣ ਭਰਾ ਜਿੰਨੇ ਵਰਲਡ ਵਾਈਡ ਜੁੜੇ ਹੋਏ ਆ ਉਹਨਾਂ ਵਾਸਤੇ, ਜਿਹੜੇ ਬਾਹਰੋਂ ਹੈਗੇ ਆ ਉਹਨਾਂ ਦਾ ਹੋਰ ਜ਼ਿਆਦਾ ਪ੍ਰੋਬਲਮ ਸੀਗੀ ਕਿ ਉਹਨਾਂ ਨੂੰ ਨਜ਼ਰ ਵੀ, ਜਿਹੜਾ ਕਿ ਇੱਥੇ ਤਾਂ ਸਾਰਾ ਸੋਸ਼ਲ ਮੀਡੀਆ 'ਤੇ ਹੀ ਉਹਨਾਂ ਨੂੰ ਪਤਾ ਚੱਲਦਾ ਰਹਿੰਦਾ, ਬਾਹਰ ਥੋੜ੍ਹਾ ਉਹ ਡਿਪੈਂਡੈਂਟ ਜ਼ਿਆਦਾ ਹੋ ਜਾਂਦੇ ਆ, ਕਿੱਥੋਂ ਪਤਾ ਚੱਲੇ ਕੋਈ ਕਹਿੰਦੇ ਆਪਾਂ ਸਾਰਾ ਦਿਨ ਫੋਨ ਦੇਖਦੇ ਰਹਿੰਦੇ ਕਿ ਕੁਝ ਗੱਲ ਪਤਾ ਚੱਲੇ ਅੱਗੇ ਕੀ ਹੋਇਆ, ਹੁਣ ਕੀ ਹੋਇਆ, ਹੁਣ ਕੌਣ ਕਰੇਗਾ, ਹੁਣ ਇੱਦਾਂ ਕਿੱਦਾਂ ਹੋਏਗਾ। ਅਤੇ ਇਸ ਕਰਕੇ ਵੀ ਮੈਂ ਸੋਚਿਆ ਮੈਂ ਥੋੜ੍ਹਾ ਅੱਜ ਗੱਲਾਂ ਕਰਦਾ ਅਤੇ ਸਾਰਿਆਂ ਦਾ ਥੋੜ੍ਹਾ ਜਿਹਾ ਕੁਐਸਚਨ ਵੀ ਹੋਣਗੇ ਬੜੇ ਸਾਰੇ, ਜਿੱਦਾਂ ਇੱਕ ਬਹੁਤ ਸਾਰਾ ਕੁਐਸਚਨ ਹੈ ਕਿ ਹੁਣ ਕਿ ਕੱਲ੍ਹ ਜਿਹੜੀ ਜਥੇਬੰਦੀ ਦਾ ਉਹ ਨਹੀਂ ਕੀਤਾ, ਕੱਲ੍ਹ ਦਾ ਫੰਕਸ਼ਨ ਪਰਿਵਾਰ ਦਾ ਫੰਕਸ਼ਨ ਸੀਗਾ ਅਤੇ ਉਹ ਕੋਈ ਪੋਲੀਟੀਕਲ ਇਸੇ ਲਈ ਕੋਈ ਸਪੀਚਾਂ ਨਹੀਂ ਸੀਗੀਆਂ, ਜਾਂ ਉਹ ਲੋਕ ਵੀ ਉਹ ਨਹੀਂ ਸੀਗੇ ਕਿਸੇ ਨੂੰ ਸਟੇਜ ਦੇ ਉੱਤੇ, ਜੋ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਜਿਹੜੀਆਂ ਸੀਗੀਆਂ, ਈਵਨ ਜੋ ਭਾਜੀ ਦੀ ਜਥੇਬੰਦੀ ਸੀਗੀ ਵਾਰਿਸ ਪੰਜਾਬ ਦੇ, ਉਹਨਾਂ ਨੂੰ ਵੀ ਸਟੇਜ 'ਤੇ ਆਪਾਂ ਰਿਪਰੈਜ਼ੈਂਟੇਸ਼ਨ ਵੀ ਨਹੀਂ ਦਿਖਾਇਆ, ਜਾਂ ਕਿਉਂਕਿ ਪਰਿਵਾਰਿਕ ਜਿਹੜਾ ਮਸਲਾ ਇਵੈਂਟ ਸੀਗਾ ਸਾਰਾ, ਸੰਸਕਾਰ ਉੱਤੇ ਬਹੁਤ ਜ਼ਿਆਦਾ ਸਾਡੇ ਜਿਹੜੇ ਬਹੁਤ ਭੀੜ ਸੀਗੀ, 1.5 ਲੱਖ ਦੇ ਆਸ-ਪਾਸ ਉਦੋਂ ਘੱਟ ਸੀਗਾ। ਇਹਦੇ ਵਿੱਚ ਹੋਇਆ ਕਿ ਪਰਿਵਾਰ ਵੀ, ਜਦੋਂ ਬੱਚੀ ਵੀ ਭਾਜੀ ਦੀ, ਉਹ ਭਾਜੀ ਨੂੰ ਦੇਖ ਨਹੀਂ ਪਾਈ ਆਪਣੇ ਐਂਡ ਦੇ ਸਮੇਂ 'ਤੇ, ਨੇੜੇ ਵੀ ਨਹੀਂ ਜਾ ਪਾਈ, ਜੋ ਦਾਗ ਦੇਣਾ ਹੁੰਦਾ ਅੰਤਿਮ ਜਿਹੜੀ ਉਹ ਅਗਨ ਭੇਟ ਕਰਨੀ ਹੁੰਦੀ ਉਹ ਵੀ ਨਹੀਂ ਦੇ ਪਾਏ। ਬੱਚਿਆਂ ਦਾ ਕੀ ਹੁੰਦਾ ਕਿ ਹਾਲਾਂਕਿ ਮੈਂ ਇਹੋ ਹੀ ਚੀਜ਼ਾਂ 'ਤੇ ਵਿਸ਼ਵਾਸ ਨਹੀਂ ਕਰਦਾ, ਲੇਕਿਨ ਬੱਚੇ ਸਕੂਲ ਜਾਂਦੇ ਆ ਤਾਂ ਉਹ ਸੁਣ ਲੈਂਦੇ ਆ। ਪਰਸੋਂ ਜਿੱਦਾਂ ਉਹ ਦੱਸਦੇ ਸੀਗੇ ਕਿ ਆਸ-ਪਾਸ ਜਿਹੜੇ ਛੋਟੇ ਬੱਚੇ ਹੁੰਦੇ ਆ ਤੇ ਉਹ ਉਹਨਾਂ ਨੇ ਸੁਣਿਆ ਹੁੰਦਾ ਕਿ ਜਿਹੜਾ ਕੀ ਹੁੰਦਾ ਕਿ ਅਗਰ ਬੱਚਾ ਪਿਓ ਨੂੰ ਅਗਨ ਭੇਟ ਨਹੀਂ ਕਰਦਾ ਤੇ ਉਹਦੀ ਆਤਮਾ ਨੂੰ ਮੁਕਤੀ ਨਹੀਂ ਹੁੰਦੀ। ਤਾਂ ਉਸ ਚੀਜ਼ ਦੇ ਨਾਲ ਉਹ ਪਰੇਸ਼ਾਨ ਸੀਗੇ ਕਿ ਵੀ ਸਾਨੂੰ, ਇਸ ਲਈ ਅਸੀਂ ਸਾਰਾ ਇਹ ਸਾਡੇ ਹੱਥ ਵਿੱਚ ਨਹੀਂ ਸੀ, ਅਸੀਂ ਪਰਿਵਾਰ ਦੀ ਸਭ ਜਣੇ ਪਰਿਵਾਰ ਦੀ ਅਸੀਂ ਮਦਦ ਕਰਦੇ ਪਏ ਸੀਗੇ, ਸਾਡਾ ਉਹ ਨਹੀਂ ਸੀ। ਅਤੇ ਜਥੇਬੰਦੀ ਜਿਹੜੀ ਹੈ ਉਹ ਦੀਪ ਭਾਈ ਤੋਂ ਬਾਅਦ ਭਾਜੀ ਉਹ ਬਣਾ ਤਾਂ ਗਏ ਸੀਗੇ, ਉਸ ਦਾ ਇਲੈਕਸ਼ਨਾਂ ਤੋਂ ਬਾਅਦ ਸਾਰਾ ਉਹਨਾਂ ਨੇ ਮੀਟਿੰਗ ਕਰਕੇ ਫਾਈਨਲ ਉਸ ਦੀ ਅਨਾਊਂਸਮੈਂਟਸ ਹੋਣੀ ਸੀਗੀਆਂ। ਅਤੇ ਇੱਕ ਸਵਾਲ ਕਰਦੇ ਬੰਦੇ ਕਿ ਭਾਜੀ ਦੀਪ ਭਾਈ ਤੋਂ ਬਾਅਦ ਕੌਣ? ਦੀਪ ਭਾਜੀ ਦੀ ਜੋ ਲੈਗੇਸੀ ਹੈ, ਉਹ ਜੋ ਉਹਨਾਂ ਦਾ ਡਰੀਮ ਹੈ, ਜੋ ਉਹਨਾਂ ਦੀ ਸੋਚ ਹੈ, ਉਹਨਾਂ ਦਾ ਵਿਜ਼ਨ ਹੈ, ਉਸ ਦੇ ਉੱਤੇ ਕੰਮ ਹੋਏਗਾ। ਔਰ ਇਹ ਜਥੇਬੰਦੀ ਦੇ ਵਿੱਚ ਔਰ ਭਾਜੀ ਜਿਨ੍ਹਾਂ ਕੋਲੋਂ ਪੂਰੀ ਸਲਾਹ ਮਸ਼ਵਰਾ ਕਰਕੇ ਕੋਈ ਵੀ ਜਿਹੜਾ ਇੰਪੋਰਟੈਂਟ ਕੰਮ ਹੁੰਦਾ ਸੀਗਾ, ਇੰਪੋਰਟੈਂਟ ਡਿਸੀਜਨ ਹੁੰਦਾ ਸੀਗਾ, ਉਹ ਲੋਕ ਉਹਨਾਂ ਦੀ ਸਰਪ੍ਰਸਤੀ ਵਿੱਚ ਹੀ ਜਥੇਬੰਦੀ ਅੱਗੇ ਕੰਮ ਕਰੇਗੀ। ਜਿੱਦਾਂ ਸਰਦਾਰ ਅਜਮੇਰ ਸਿੰਘ ਜੀ ਨੇ, ਉਦੋਕੇ ਸਾਹਿਬ ਨੇ, ਸੁਖਪ੍ਰੀਤ ਉਦੋਕੇ ਭਾਜੀ ਨੇ, ਜਾਂ ਅਵਤਾਰ ਸਿੰਘ ਖੰਡਾ ਭਾਜੀ ਨੇ ਲੰਡਨ ਤੋਂ, ਅੰਮ੍ਰਿਤਪਾਲ ਭਾਜੀ ਨੇ ਦੁਬਈ ਤੋਂ, ਇਹ ਸਾਰੇ ਹੋਰ ਵੀ ਲੋਕ ਨੇ ਜਿਹੜੇ ਇਹਨਾਂ ਦੀ ਸਰਪ੍ਰਸਤੀ ਦੇ ਵਿੱਚ, ਇਹਨਾਂ ਦੀ ਸਲਾਹ ਮਸ਼ਵਰੇ ਦੇ ਨਾਲ ਇਹ ਜਥੇਬੰਦੀ ਅੱਗੇ ਕੰਮ ਕਰੇਗੀ। ਹੁਣੇ ਫਿਲਹਾਲ ਗੁਰਮੀਤ ਸਿੰਘ ਬੁੱਕਣਵਾਲ ਭਾਜੀ ਇਸ ਨੂੰ ਹੈਡ ਕਰਦੇ ਪਏ ਨੇ। ਅਤੇ ਇਹ ਬਹੁਤ ਸੁਲਝੇ ਹੋਏ, ਬਹੁਤ ਦੀਪ ਭਾਜੀ ਦੇ ਜਿਹੜੀ ਉਹਨਾਂ ਦੀ ਕਮੀ ਤਾਂ ਆਪਾਂ ਨਹੀਂ ਪੂਰੀ ਕਰ ਸਕਦੇ ਕਦੇ ਵੀ, ਦੂਸਰਾ ਦੀਪ ਸਿੱਧੂ ਨਹੀਂ ਹੋ ਸਕਦਾ, ਇਹ ਗੱਲ ਤਾਂ ਸੱਚ ਹੈ। ਉਹ ਕੁਆਲਿਟੀਜ਼ ਜਿਹੜੀਆਂ ਸੀਗੀਆਂ ਉਹ ਇੱਕ ਕੰਪਲੀਟ ਸ਼ਖਸ ਸੀ, ਉਹ ਕੁਛ ਰੱਬੀ ਰੂਹ ਟਾਈਪ ਕੁਛ ਨਾ ਕੁਛ ਤਾਂ ਉਸ ਰੂਹ ਦੇ ਵਿੱਚ ਬਹੁਤ ਕੁਝ ਸਪੈਸ਼ਲ ਸੀ। ਅਤੇ ਲੇਕਿਨ ਉਹਨਾਂ ਦੀ ਹੁਣ ਜਿਹੜੇ ਅੱਗੇ ਜੋ ਇੱਕ
ਤੁਸੀਂ ਕੈਡਰ ਕਹਿ ਲਓ ਜਾਂ ਕੁਛ ਵੀ ਉਹਨਾਂ ਦੀ ਜਿਹੜੀ ਟੀਮ ਸੀਗੀ ਭਾਈ ਦੀ, ਜਿਨ੍ਹਾਂ ਦੇ ਨਾਲ ਭਾਜੀ ਸਾਰਾ ਗੱਲਬਾਤ ਕਰਕੇ ਅੱਗੇ ਤੋਰਦੇ ਸੀ ਸਾਰੇ ਕੰਮਾਂ ਨੂੰ, ਉਹੀ ਟੀਮ ਜਿਹੜੀ ਹੈ ਉਹ ਜਥੇਬੰਦੀ ਨੂੰ ਇੱਕ ਸੁਜੈਸਟ ਕਰ ਰਹੀ ਔਰ ਸਾਰਾ ਕੁਛ ਉਹਨਾਂ ਨੂੰ ਅੱਗੇ ਲੈ ਕੇ ਜਾਏਗੀ। ਉਹ ਫਿਲਹਾਲ ਜਦੋਂ ਇਹ ਅਨਾਊਂਸ ਹੋਏਗਾ ਤਾਂ ਸਾਰਾ ਕੁਝ ਸਾਹਮਣੇ ਆ ਹੀ ਜਾਏਗਾ। ਤੇ ਫਿਲਹਾਲ ਗੁਰਮੀਤ ਸਿੰਘ ਬੁੱਕਣਵਾਲ ਭਾਜੀ ਇਸ ਦੇ ਹੈਡ ਨੇ। ਤੇ ਮੈਂ ਖੁਦ ਬੋਲਣ ਤੋਂ ਇਹ ਅਗਲੇ ਕੁਛ ਟਾਈਮ ਤੱਕ ਮੈਂ ਇਹ ਸੋਚਿਆ ਕਿ ਮੈਂ ਆਪ ਜਿਹੜੀਆਂ ਚੀਜ਼ਾਂ ਜਾਂ ਆਪ ਮੇਰਾ ਪੁਆਇੰਟ ਆਫ ਵਿਊ ਹੋਰ ਚੀਜ਼ਾਂ ਉੱਤੇ ਮੈਂ ਰੱਖਾਂ। ਦੀਪ ਭਾਈ ਦੀ ਜਿਹੜੀ ਸੋਚ ਹੈ ਉਸਨੂੰ ਅਸੀਂ ਅੱਗੇ ਲਿਜਾਣ ਦੀ ਅਗਰ ਗੱਲ ਕਰਦੇ ਹਾਂ ਤਾਂ ਭਾਜੀ ਦੀ ਬਹੁਤ ਸਾਰੀਆਂ ਗੱਲਾਂ ਸੀਗੀਆਂ ਜਿਹੜੀਆਂ ਬਹੁਤ ਐਡਵਾਂਸ ਟਾਈਪ ਗੱਲਾਂ ਸੀਗੀਆਂ। ਮੈਂ ਪਹਿਲਾਂ ਵੀ ਬੋਲਦਾ ਕਿ ਜਿੱਦਾਂ ਉਹ ਫੈਡਰਲ ਸਟਰਕਚਰ ਦੀ ਗੱਲ ਕਰਦੇ ਸੀਗੇ, ਜਿੱਦਾਂ ਡੀਪ ਸਟੇਟ ਦੀ ਗੱਲ ਕਰਦੇ ਸੀ। ਮੈਂ ਪੰਜਾਬ 'ਚ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ, ਪੰਜਾਬ ਛੋੜੋ ਦਿੱਲੀ ਬੰਬੇ ਕਿਸੇ ਨੂੰ ਪੁੱਛੋ ਡੀਪ ਸਟੇਟ ਕੀ ਹੁੰਦਾ, ਤੇ ਮਨ ਨਹੀਂ ਲੱਗਦਾ ਕਿ ਆਮ ਬੰਦੇ ਨੂੰ ਪਤਾ ਹੈ ਕੀ ਹੁੰਦਾ। ਈਵਨ ਫੈਡਰਲ ਸਟਰਕਚਰ ਦਾ ਲੋਕਾਂ ਨੂੰ ਸਮਝ ਆਉਣੀ ਥੋੜ੍ਹੀ ਜਿਹੀ ਔਖੀ ਹੁੰਦੀ ਹੈ। ਤੇ ਜੀਓਪੋਲਿਟਿਕਸ ਕੀ ਹੁੰਦੀ ਹੈ, ਦਾ ਕਿੱਦਾਂ ਪ੍ਰਭਾਵ ਪੈਂਦਾ, ਕਿਹੜੇ ਡਿਸੀਜਨ ਦੇ ਉੱਤੇ ਪੈਂਦਾ, ਕਿਸਾਨੀ ਸੰਘਰਸ਼ ਉੱਤੇ ਜੀਓਪੋਲਿਟਿਕਸ ਦਾ ਕੀ ਅਸਰ ਪੈਣਾ ਸੀਗਾ ਜਾਂ ਕੀ ਪੈ ਰਿਹਾ ਸੀ, ਜਾਂ ਕਿਉਂ ਡਿਸੀਜਨ ਸਰਕਾਰ ਨੇ ਉਹ ਲਿੱਤਾ। ਇਹ ਸਾਰੀਆਂ ਚੀਜ਼ਾਂ ਥੋੜ੍ਹੀਆਂ ਡੀਪ ਹੁੰਦੀਆਂ, ਇਹ ਬਰੀਕ ਹੁੰਦੀਆਂ। ਮੋਟੀਆਂ ਗੱਲਾਂ ਬੋਲਣੀਆਂ ਬਹੁਤ ਸੌਖੀਆਂ ਹੁੰਦੀਆਂ, ਜਿੱਦਾਂ ਲੀਡਰ ਬੋਲਦੇ ਨੇ ਵੱਡੀਆਂ ਵੱਡੀਆਂ ਗੱਲਾਂ ਕਰੀ ਜੋ, ਤੁਹਾਨੂੰ ਇਹ ਦੇ ਦਾਂਗੇ, ਤੁਹਾਨੂੰ ਫਲਾਨ ਕਰ ਦਾਂਗੇ, ਹੇਮਾ ਮਾਲਿਨੀ ਦੀ ਗੱਲਾਂ ਵਰਗੇ ਆਪਾਂ ਰੋਡ ਬਣਾ ਦਿਆਂਗੇ। ਇਹ ਵੀ ਇੱਕ ਕਿਸੇ ਪੋਲੀਟੀਸ਼ੀਅਨ ਨੇ ਬੋਲਿਆ ਸੀਗਾ, ਉੱਡਦੀਆਂ ਬੱਸਾਂ ਆ ਜਾਣਗੀਆਂ, ਤੈਰਦੀਆਂ ਬੱਸਾਂ ਆ ਜਾਣਗੀਆਂ। ਇਹ ਮੋਟੀਆਂ ਗੱਲਾਂ ਇਹ ਕੋਈ ਵੀ ਬੋਲ ਸਕਦਾ ਹੈ, ਜਾਹਿਲ ਤੋਂ ਜਾਹਿਲ ਬੰਦਾ ਵੀ ਬੋਲ ਸਕਦਾ। ਲੇਕਿਨ ਬਰੀਕ ਗੱਲਾਂ ਸਿਰਫ ਕੋਈ ਐਸਾ ਬੰਦਾ ਹੀ ਬੋਲ ਸਕਦਾ ਜਿਹਨੇ ਇੰਨਾ ਟਰੈਵਲ ਕੀਤਾ ਹੋਵੇ, ਪੜ੍ਹਿਆ ਲਿਖਿਆ ਹੋਵੇ, ਸੂਝਵਾਨ ਹੋਵੇ, ਜਿਹਨੇ ਬਹੁਤ ਸਾਰੇ ਡਿਸਕਸ਼ਨ ਕੀਤੇ ਹੋਣ ਉਸ ਟੌਪਿਕ ਦੇ ਉੱਤੇ, ਬਹੁਤ ਟਾਈਮ ਲਾਇਆ ਹੋਵੇ। ਤੇ ਉਹ ਜੋ ਭਾਜੀ ਨੇ ਗੱਲਾਂ ਬੋਲੀਆਂ ਉਸ ਤੇ ਨਾਲ ਨਾਲ ਬਹੁਤ ਸਾਰੀਆਂ ਗੱਲਾਂ ਐਸੀਆਂ ਨੇ ਜਿਹੜੀਆਂ ਕਲੀਅਰ ਕਰਨੀਆਂ ਜ਼ਰੂਰੀ ਹੈ ਕਿਸਮ ਦੀਆਂ। ਮੈਂ ਆਉਣ ਵਾਲੇ ਟਾਈਮ 'ਚ ਹੁਣ ਛੋਟੇ ਜਿਹੇ ਵੀਡੀਓ ਬਣਾਉਣਾ ਚਾਹੁੰਦਾ ਜਿਹਦੇ ਵਿੱਚ ਭਾਜੀ ਦੀਆਂ ਗੱਲਾਂ ਨੂੰ ਸਿੰਪਲ ਕਰਕੇ ਜਾਂ ਕਲੀਅਰ ਕਰਕੇ ਮੈਂ ਅੱਗੇ ਰੱਖਾਂ। ਜ਼ਿਆਦਾ ਵੱਡੇ ਵੀਡੀਓ ਨਹੀਂ ਬਣਾਵਾਂਗਾ। ਤੇ ਐਗਜ਼ਾਮਪਲ ਦੇ ਤੌਰ ਤੇ ਜਿੱਦਾਂ ਭਾਜੀ ਨੂੰ ਕਿਹਾ ਜਾਂਦਾ ਰਿਹਾ ਕਿ ਇਹ ਤਾਂ ਕਿਸੇ ਦੀ ਨਹੀਂ ਸੁਣਦਾ, ਇਹ ਤੁਸੀਂ ਬੜੇ ਲੋਕਾਂ ਨੇ ਬੜੀ ਜਗ੍ਹਾ ਤੇ ਮੈਂ ਸੁਣਿਆ। ਈਵਨ ਅਜਮੇਰ ਸਿੰਘ ਜੀ ਨੇ ਆਪਣੇ ਇੰਟਰਵਿਊ 'ਚ ਬੋਲਿਆ ਸੀਗਾ ਕਿ ਉਹ ਆਜ਼ਾਦ ਬੰਦਾ, ਆਜ਼ਾਦ ਖਿਆਲ ਦਾ ਬੰਦਾ, ਆਜ਼ਾਦ ਬੰਦਾ, ਉਹਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ। ਤੇ ਕਿ ਉਹ ਮੇਰੇ ਕੋਲੋਂ ਵੀ ਬੜੀਆਂ ਸਾਰੀਆਂ ਗੱਲਾਂ ਮੇਰੇ ਨਾਲ ਸਲਾਹ ਕਰਦਾ ਤੇ ਮੈਂ ਉਹਨੂੰ ਅਗਰ 10 ਗੱਲਾਂ ਬੋਲਦਾ ਉਹਦੇ ਵਿੱਚੋਂ ਕੁਛ ਉਹ ਮੰਨ ਲੈਂਦਾ, ਕੁਛ ਉਹ ਨਹੀਂ ਮੰਨਦਾ। ਇਹੀ ਗੱਲ ਹੁਣ ਮੈਂ ਤੁਹਾਨੂੰ ਪੂਰੀ ਤਰ੍ਹਾਂ ਨਾਲ ਅਗਰ ਦੱਸਾਂ ਕਿ ਵੀ ਦੀਪ ਸਿੱਧੂ ਕਿਸੇ ਦੇ ਨਹੀਂ ਸੁਣਦਾ, ਇਹ ਅਗਰ ਤੁਸੀਂ ਸੁਣਦੇ ਹੋ, ਇਹ ਗੱਲ ਝੂਠ ਨਹੀਂ ਹੈ, ਇਹ ਗੱਲ ਸੱਚ ਹੈ। ਲੇਕਿਨ ਇਹ ਅੱਧੀ ਸੱਚ ਹੈ, ਇਹ ਅੱਧੀ ਲਾਈਨ ਹੈ। ਦੀਪ ਸਿੱਧੂ ਕਿਸੇ ਦੇ ਨਹੀਂ ਸੁਣਦਾ, ਇਹ ਅੱਧੀ ਲਾਈਨ ਹੈ। ਪੂਰੀ ਲਾਈਨ ਜਿਹੜੀ ਹੈ ਉਹ ਇੱਦਾਂ ਹੈ ਕਿ ਦੀਪ ਸਿੱਧੂ ਕਿਸੇ ਦੀ ਨਹੀਂ ਸੁਣਦਾ ਲੇਕਿਨ ਸਲਾਹ ਸਾਰਿਆਂ ਨਾਲ ਕਰਦਾ। ਹੁਣ ਇਹਨੂੰ ਮੈਂ ਐਗਜ਼ਾਮਪਲ ਦੇ ਤੌਰ ਤੇ ਸਮਝਾਉਣਾ, ਜਿੱਦਾਂ ਕਿਸਾਨੀ ਸੰਘਰਸ਼ ਸੀਗਾ ਤੇ ਦੀਪ ਭਾਜੀ ਤਾਂ ਫਿਲਮਾਂ ਦੇ ਬੰਦੇ ਸੀ, ਐਡਵੋਕੇਟ ਸੀ। ਉਹ ਇੰਨਾ ਸਾਰਾ ਜਿਹੜਾ ਕਿਸਾਨੀ ਸੰਘਰਸ਼ ਤੇ ਬੋਲਣਾ ਸੀ, ਉਹਨਾਂ ਨੇ ਕੀ ਕੀਤਾ ਹੋਣਾ। ਉਹਨਾਂ ਨੇ ਪਹਿਲਾਂ ਸੁਖਪ੍ਰੀਤ ਉਦੋਕੇ ਭਾਜੀ ਨਾਲ ਗੱਲ ਕੀਤੀ। ਸੁਖਪ੍ਰੀਤ ਉਦੋਕੇ ਭਾਜੀ ਹਿਸਟੋਰੀਅਨ ਨੇ, ਹਿਸਟਰੀ ਦੀ ਉਹਨਾਂ ਨੂੰ ਬਹੁਤ ਨੌਲੇਜ ਆ। ਉਹਨਾਂ ਨੇ ਕਾਫੀ ਲੰਬੀ ਜਿਹੜੀ ਡਿਸਕਸ਼ਨ ਕੀਤੀ ਹੋਣੀ ਕਿ ਭਾਜੀ ਇੱਕ ਕਰੀਬ 100 ਸਾਲ ਪਹਿਲਾਂ ਇੱਕ ਪਗੜੀ ਸੰਭਾਲ ਜੱਟਾ ਲਹਿਰ ਚੱਲੀ ਸੀ, ਉਹਦੇ ਵੀ ਇਹੋ ਜਿਹੀ ਕੁਛ ਕਾਨੂੰਨ ਸਰਕਾਰ ਲੈ ਕੇ ਆ ਰਹੀ ਸੀ, ਤਾਂ ਉਹ ਕੀ ਹੋਇਆ ਹੋਣਾ। ਤੇ ਉਦੋਕੇ ਭਾਜੀ ਨੇ ਉਹਨਾਂ ਨੂੰ ਪੂਰਾ ਡਿਟੇਲ 'ਚ ਦੱਸਿਆ ਹੋਣਾ ਕਿ ਕਿਹੜੇ ਲੋਕਾਂ ਨੇ ਕੀਤਾ ਸੀਗਾ, ਕੀ ਉਹ ਕਾਨੂੰਨ ਸੀਗੇ ਤੇ ਕਿਉਂ ਰੋਕ ਰਹੇ ਸੀ ਉਹਨੂੰ। ਹੁਣ ਇਹ ਡਿਸਕਸ਼ਨ ਬਹੁਤ ਲੰਬੀ ਹੋਈ ਹੋਣੀ। ਫਿਰ ਉਹਨਾਂ ਨੇ ਇਹ ਜਿਹੜੇ ਹੁਣ ਨਵੇਂ ਕਾਨੂੰਨ ਆ ਰਹੇ ਨੇ ਇਸ ਦਾ ਪੋਲੀਟੀਕਲ ਐਨਾਲਾਈਸਿਸ ਕਰਨ ਦੇ ਲਈ ਉਹਨਾਂ ਨੇ ਸਰਦਾਰ ਅਜਮੇਰ ਸਿੰਘ ਜੀ ਹੋਰਾਂ ਨੂੰ ਫੋਨ ਕੀਤਾ ਹੋਣਾ। ਉਹਨਾਂ ਨਾਲ ਲੰਬੀ ਡਿਸਕਸ਼ਨ ਕੀਤੀ ਹੋਣੀ ਕਿ ਇਸ ਦਾ ਪੋਲੀਟੀਕਲੀ ਕੀ ਪ੍ਰਭਾਵ ਪਏਗਾ, ਪੰਜਾਬ ਤੇ ਕੀ ਪ੍ਰਭਾਵ ਪਏਗਾ, ਇੰਡੀਆ ਤੇ ਕੀ ਪ੍ਰਭਾਵ ਪਏਗਾ, ਇਹਨਾਂ ਕਿਸਾਨਾਂ ਤੇ ਕੀ ਪ੍ਰਭਾਵ ਪਏਗਾ, ਜਾਂ ਪੂਰੇ ਇੰਡੀਆ ਦੇ ਕਿਸਾਨਾਂ ਤੇ ਕੀ ਪ੍ਰਭਾਵ ਪਏਗਾ। ਫਿਰ ਉਹਨਾਂ ਨੇ ਜਿਹੜੀ ਪੰਥਕ ਧਿਰ ਹੈ
ਉਹਦੇ ਨਾਲ ਸਲਾਹ ਕੀਤੀ ਹੋਣੀ ਕਿ ਉਹਨਾਂ ਤੋਂ ਪੁੱਛਿਆ ਹੋਣਾ ਕਿ ਵੀ ਇਸ ਦਾ ਪੰਥ ਨਾਲ ਕੀ ਲੈਣਾ ਦੇਣਾ ਹੈਗਾ। ਫਿਰ ਪੰਥਿਕ ਧਿਰਾਂ ਨੇ ਦੱਸਿਆ ਹੋਣਾ ਕਿ ਯਾਰ ਇਹ ਤਾਂ ਬੰਦਾ ਸਿੰਘ ਬਹਾਦਰ ਜੀ ਨੇ ਇਹ ਜਿਹੜੀਆਂ ਜ਼ਮੀਨਾਂ ਨੇ ਇਹ ਕਿਸਾਨਾਂ ਨੂੰ ਦਿੱਤੀਆਂ ਸੀ, ਇਹ ਸਰਕਾਰ ਹੁਣ ਕਿਉਂ ਲੈ ਰਹੀ ਹੈ ਤੇ ਕੀ ਕਰ ਰਹੀ ਹੈ, ਉਸ ਦਾ ਇੱਕ ਪੰਥਕ ਪੁਆਇੰਟ ਆਫ ਵਿਊ ਕੀ ਹੈਗਾ। ਹੁਣ ਦੀਪ ਭਾਜੀ ਨੇ ਇਹਨਾਂ ਸਾਰਿਆਂ ਦੇ ਨਾਲ ਗੱਲ ਕੀਤੀ ਹੋਣੀ, ਹੋਰ ਵੀ ਲੋਕਾਂ ਨਾਲ ਗੱਲ ਕੀਤੀ ਹੋਣੀ, ਫਿਰ ਜਾ ਕੇ ਉਹਨਾਂ ਨੇ ਇਹਦੇ ਉੱਤੇ ਬੋਲਣਾ ਸ਼ੁਰੂ ਕੀਤਾ ਹੋਣਾ। ਲੇਕਿਨ ਸਭ ਦੀਆਂ ਸਾਰੀਆਂ ਗੱਲਾਂ ਨਹੀਂ ਲਿੱਤੀਆਂ, ਕੁਝ ਗੱਲਾਂ ਉਹਨਾਂ ਨੇ ਉਦੋਂ ਕੇ ਸਾਹਿਬ ਦੀ ਲੈ ਲਈਆਂ, ਕੁਝ ਗੱਲਾਂ ਉਹਨਾਂ ਨੇ ਅਜਮੇਰ ਸਿੰਘ ਹੋਰਾਂ ਦੀ ਲੈ ਲਈਆਂ, ਕੁਝ ਗੱਲਾਂ ਉਹਨਾਂ ਨੇ ਪੰਥਕ ਧਿਰਾਂ ਦੀਆਂ ਲੈ ਲਈਆਂ। ਲੇਕਿਨ ਤੁਸੀਂ ਅਗਰ ਦੇਖੋ ਤੇ ਸਾਰੇ ਜਾਣੇ ਸਹੀ ਨੇ, ਪਰ ਉਹਨੇ ਆਪਣਾ ਇੱਕ ਐਨਾਲਾਈਜ਼ ਕਰਨ ਦਾ ਤਰੀਕਾ ਸੀਗਾ ਕਿ ਮੈਂ ਕਿੰਨੀ ਗੱਲ ਬੋਲਣੀ ਹੈ, ਕਿੱਥੇ ਬੋਲਣੀ ਹੈ, ਔਰ ਹਰ ਇੱਕ ਚੀਜ਼ ਨੂੰ ਕਵਰ ਕਰਦੇ ਹੋਏ। ਤਾਂ ਹੀ ਦੇਖੋ ਉਹ ਕਿਸਾਨੀ ਸੰਘਰਸ਼, ਬਾਕੀ ਲੋਕ ਜਿਹੜੇ ਸੀਗੇ ਉਹ ਕਹਿੰਦੇ ਸੀ MSP ਦਾ ਮਸਲਾ ਹੈ, ਇੱਕ ਬੰਦਾ ਆਇਆ ਉਹ ਕਹਿੰਦਾ ਸਾਡੀ ਹੋਂਦ ਦਾ ਮਸਲਾ ਹੈ। ਇਹ ਗੱਲ, ਇਹ ਸ਼ਬਦ, ਇਹ ਲਾਈਨ ਦੀਪ ਸਿੱਧੂ ਭਾਈ ਦਿੱਤੀ ਹੋਈ ਹੈ ਕਿ ਇਹ ਸਾਡੀ ਹੋਂਦ ਦਾ ਮਸਲਾ ਹੈ, ਇਹ ਸਾਡੀ ਫਸਲਾਂ ਦਾ ਹੀ ਨਹੀਂ, ਸਾਡੀ ਨਸਲਾਂ ਦਾ ਮਸਲਾ ਹੈ। ਕਿਉਂਕਿ ਉਹ ਪੂਰੀ ਜਿਹੜੀ ਡਿਸਕਸ਼ਨ ਕੀਤੀ ਸਾਰਿਆਂ ਦੇ ਨਾਲ, ਉਹ ਲਿਆ ਕੇ ਅੱਗੇ ਪੱਖ ਰੱਖਿਆ। ਫਿਰ ਹੌਲੀ ਹੌਲੀ ਕਰਦੇ ਕਰਦੇ ਸਭ ਨੂੰ ਸਮਝ ਆਇਆ ਕਿ ਇਹ ਸੱਚੀ ਸਾਡੀ ਹੋਂਦ ਦਾ ਹੀ ਮਸਲਾ ਹੈ। ਹੁਣ ਇਹ ਗੱਲ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਨਾਲੋਂ ਜ਼ਿਆਦਾ ਕਲੀਅਰ ਹੋਈ ਹੋਣੀ ਕਿ ਵੀ ਜਿੱਦਾਂ ਭਾਜੀ ਨੂੰ ਬੋਲ ਦਿੱਤਾ ਜਾਂਦਾ ਹੈ ਕਿ ਇਹ ਦੀਪ ਸਿੱਧੂ ਕਿਸੇ ਦੀ ਸੁਣਦਾ ਨਹੀਂ, ਦੀਪ ਸਿੱਧੂ ਕਿਸੇ ਦੀ ਸੁਣਦਾ ਨਹੀਂ, ਇਹ ਸੱਚਾ ਹੈ, ਸੱਚ ਹੈ, ਲੇਕਿਨ ਅੱਧਾ ਸੱਚ ਹੈ, ਪੂਰਾ ਸੱਚ ਹੈ ਕਿ ਦੀਪ ਸਿੱਧੂ ਸਲਾਹ ਸਾਰਿਆਂ ਨਾਲ ਕਰਦਾ। ਇਹ ਉਹਦੀ ਖੂਬੀ ਸੀ। ਤੇ ਇੱਦਾਂ ਦੇ ਵੀਡੀਓ ਮੈਂ ਚਾਹੁੰਦਾ ਕਿ ਮੈਂ ਬਣਾਵਾਂ ਔਰ ਇਹ ਸਾਰਿਆਂ ਦੇ ਨਾਲ ਸਾਂਝੇ ਕਰਦੇ ਰਹਾਂ। ਜਿਹੜੇ ਮੈਂ ਲਾਈਵ ਵਿੱਚ ਜਿੱਦਾਂ ਛੋਟਾ ਜਿਹਾ ਮੈਂ ਐਗਜ਼ਾਮਪਲ ਦੇ ਤੌਰ 'ਤੇ ਦੱਸਿਆ, ਇੱਦਾਂ ਦੇ ਬੜੇ ਸਾਰੇ ਨੇ ਕਿ ਹੋਰ ਵੀ ਮੈਨੂੰ ਇੱਕਦਮ ਜਿੱਦਾਂ ਚੇਤੇ ਨਹੀਂ ਆਉਂਦਾ ਕਿ ਇਹੀ ਇੱਕ ਟੌਪਿਕ ਲੈ ਲਓ, ਹੋਂਦ ਦਾ ਮਸਲਾ ਹੈ। ਇਹ ਹੋਂਦ ਦਾ ਮਸਲਾ ਹੈ ਕਿ ਇਸ ਨੂੰ ਥੋੜ੍ਹਾ ਜਿਹਾ ਡਿਟੇਲ 'ਚ ਮੈਂ ਬੋਲ ਦੇਵਾਂ ਕਿ ਇਹਦਾ ਕੀ ਪ੍ਰਭਾਵ ਹੈ, ਇਹ ਕੀ ਹੈ, ਸਾਡੀ ਲੜਾਈ ਅਸਲ 'ਚ ਇਹ ਕਿਉਂ ਇਹ ਵਾਲੀ ਲੜਾਈ ਹੈ, ਜਾਂ ਹੋਰ ਬੜੇ ਸਾਰੇ ਚੀਜ਼ਾਂ ਨੇ। ਤੇ ਇਹਦੇ ਉੱਤੇ ਗੱਲਾਂ ਕਰਦੇ ਰਵਾਂਗੇ। ਤੇ ਬਾਕੀ ਅੱਜ ਇੰਨਾ ਹੀ ਰੱਖਦੇ ਹਾਂ। ਕੱਲ੍ਹ ਦੇ ਇਕੱਠ ਤੋਂ ਬਹੁਤ ਜ਼ਿਆਦਾ ਅਸੀਂ ਵਰਿਡ ਵੀ ਸੀਗੇ ਕਿ ਕਿਉਂਕਿ ਇੰਨੇ ਵੱਡੀ ਤਾਦਾਦ ਦੇ ਵਿੱਚ ਲੋਕ ਆਣੇ ਸੀਗੇ, ਕਰੀਬ ਅੰਦਾਜ਼ਨ 7 ਲੱਖ ਬੰਦਾ ਆਇਆ ਸੀ। ਹੁਣ 7 ਲੱਖ ਸਿੱਖ ਯੂਥ ਇੱਕ ਜਗ੍ਹਾ 'ਤੇ ਇਕੱਠਾ ਹੋ ਜਾਵੇ ਔਰ ਸਾਰਿਆਂ ਦੇ ਕੋਲ ਸ਼ਸਤਰ ਹੋਣ, ਉਹ ਸਾਰੇ ਅਗਰੈਸਿਵ ਹੋਣ, ਉੱਥੇ ਕੋਈ ਬੁਲਾਰਾ ਹਲਕਾ ਜਿਹਾ ਭੜਕਾਊ ਦੇ ਦੇਵੇ ਜਾਂ ਕੋਈ ਗੱਲ ਐਸੀ ਹੋ ਜਾਵੇ ਤੇ ਆਪ ਸੋਚ ਵੀ ਨਹੀਂ ਸਕਦੇ ਕੀ ਕੁਝ ਹੋ ਸਕਦਾ। ਇੱਕ RDX ਦਾ ਇੱਕ ਕਿਹਾ ਹੁੰਦਾ, ਜਦੋਂ ਸਿੱਖ ਯੂਥ ਔਰ ਉਸ ਮੌਕੇ ਦੇ ਉੱਤੇ ਆਇਆ ਹੋਇਆ, ਉਹਦੇ ਅੰਦਰ ਰੋਹ ਹੈ, ਉਹਦੇ ਅੰਦਰ ਜੋਸ਼ ਵੀ ਭਰਿਆ ਹੋਇਆ, ਉਹਦੇ ਅੰਦਰ ਗੁੱਸਾ ਵੀ ਭਰਿਆ ਹੋਇਆ ਕਿ ਇਹ ਸਾਡੇ ਇੱਕ ਆਗੂ ਦੇ ਨਾਲ ਇਹ ਹੋਇਆ। ਉਹ ਪਿਆਰ ਵੀ ਭਰਿਆ ਹੋਇਆ, ਲੋਕੀ ਰੋ ਵੀ ਰਹੇ, ਲੋਕ ਗੁੱਸੇ ਵਿੱਚ ਵੀ ਹੈ। ਮੈਂ ਦੇਖ ਰਿਹਾ ਸੀਗਾ, ਮਹਿਸੂਸ ਕਰ ਰਿਹਾ ਸੀਗਾ ਔਰ ਮੈਨੂੰ ਪ੍ਰਾਊਡ ਹੈ ਇਸ ਚੀਜ਼ ਦਾ ਕਿ ਸਾਡੇ ਭਰਾਵਾਂ ਨੇ ਸਾਰੀ ਚੀਜ਼, ਐਡਾ ਵੱਡਾ ਇਕੱਠ ਹੋਇਆ, ਉਸ ਦੇ ਬਾਅਦ ਵੀ ਉਹਨਾਂ ਨੇ ਆਪਣੀ ਇਮੇਜ ਜਿਹੜੀ ਹੈ ਉਹ ਵਾਇਲੈਂਟ ਨਹੀਂ ਹੋਣ ਦਿੱਤੀ। ਇੱਕ ਕਿਸੇ ਨੇ ਕਿਸੇ ਨੂੰ ਓਏ ਤੱਕ ਨਹੀਂ ਬੋਲਿਆ, ਇਹ ਬਹੁਤ ਵੱਡੀ ਗੱਲ ਸੀ। ਇਹ ਸਾਡਾ ਇਹ ਬਹੁਤ ਵਾਰ ਅਸੀਂ ਮੈਸੇਜ ਵੀ ਦਿੰਦੇ ਹਾਂ। ਅਗਰ ਕਿਸਾਨੀ ਸੰਘਰਸ਼ ਵਿੱਚ ਆਪਾਂ ਲਾਲ ਕਿਲੇ ਵੀ ਗਏ ਜਾਂ ਆਪਾਂ ਬੈਰੀਅਰ ਤੋੜ ਕੇ ਇੱਥੇ ਵੀ ਆਏ, ਲੇਕਿਨ ਆਪਾਂ ਕਿਸੇ ਦੀ ਮੂੰਗਫਲੀ ਦਾ ਦਾਣਾ ਤੱਕ ਨਹੀਂ ਚੋਰੀ ਕੀਤਾ। ਅਸੀਂ ਇਹ ਮੈਸੇਜ ਵੀ ਦਿੰਦੇ ਹਾਂ ਦੁਨੀਆ ਨੂੰ। ਉਹ ਓਨਾ ਹੀ ਵੱਡਾ ਅਗਰ 7 ਲੱਖ ਲੋਕਾਂ ਦਾ ਇਕੱਠ ਹੁੰਦਾ ਹੈ, ਕਿਸੇ ਹੋਰ ਜਗ੍ਹਾ 'ਤੇ ਹੋ ਕੇ ਵੇਖੇ ਜਰਾ, ਕਿੰਨੀਆਂ ਕੁੜੀਆਂ ਦੇ ਨਾਲ ਬਦਤਮੀਜ਼ੀਆਂ ਹੋਣ, ਕਿੰਨੇ ਦੁਕਾਨਾਂ ਲੁੱਟੀਆਂ ਜਾਣ ਤੇ ਸਾੜੀਆਂ ਜਾਣ ਤੇ ਕੀ ਕੁਛ ਹੋਵੇ। ਉਹ ਫੁਕਰੇ ਲੋਕ ਕਰਦੇ, ਉਹ ਚੀਪ ਲੋਕ ਕਰਦੇ, ਅਸੀਂ ਲੋਕ ਇਹ ਨਹੀਂ ਕਰਦੇ। ਇਸ ਚੀਜ਼ ਦਾ ਮੈਨੂੰ ਪ੍ਰਾਊਡ ਹੈ ਸਾਰਿਆਂ ਦਾ। ਇਸ ਲਈ ਧੰਨਵਾਦ ਹੈ ਕਿ ਕੱਲ੍ਹ ਤਾਂ ਅੰਤਿਮ ਅਰਦਾਸ ਜਿਹੜੀ ਸੀਗੀ ਸਾਡੇ ਯੋਧੇ ਦੀ, ਉਹ ਬਹੁਤ ਤਰੀਕੇ ਦੇ ਨਾਲ, ਬਹੁਤ ਅੱਛੀ ਇਮੇਜ ਦੇ ਨਾਲ, ਬਹੁਤ ਲੋਕਾਂ ਨੂੰ, ਕਾਮਰੇਡਾਂ ਨੂੰ ਜਾਂ ਏਜੰਸੀਆਂ ਨੂੰ ਇਸ ਚੀਜ਼ ਦੀ ਉਮੀਦ ਹੋਣੀ ਹੈ ਕਿ ਇੱਕ ਦੋ ਨੇ ਤੇ ਕਮੈਂਟ ਵੀ, ਸਟੇਟਮੈਂਟ ਵੀ ਦੇ ਦਿੱਤੀਆਂ ਸੀਗੀਆਂ ਕਿ ਦੇਖਣਾ ਕੱਲ੍ਹ ਇਹ ਹੁੰਦਾ, ਕੱਲ੍ਹ ਪੱਗਾਂ ਲੱਥਣਗੀਆਂ ਤੇ ਕੱਲ੍ਹ ਇਹ ਹੋਏਗਾ, ਫਲਾਣ ਹੋਏਗਾ। ਲੇਕਿਨ ਕਿਸੇ ਨੇ ਕਿਸੇ ਨੂੰ ਓਏ ਤੱਕ ਨਹੀਂ ਬੋਲਿਆ। ਇਹ ਸਾਰਿਆਂ ਦਾ ਇੱਕ ਕਿਸਮ ਦਾ ਟ੍ਰਿਬਿਊਟ ਵੀ ਸੀਗਾ ਆਪਣੇ ਯੋਧੇ ਵਾਸਤੇ, ਪਿਆਰ ਵੀ ਸੀਗਾ। ਅਤੇ ਮੈਨੂੰ ਮਾਣ ਹੈ ਆਪਣੇ ਸਾਰੇ ਭਰਾਵਾਂ ਦੇ ਉੱਤੇ ਕਿ ਅਸੀਂ ਇੱਦਾਂ ਦੇ
ਕੌਮ ਦੇ ਵਿੱਚੋਂ ਆਉਂਦੇ ਹਾਂ, ਕਿਸੇ ਸਿਰਫ ਬਹਾਦਰ ਹੀ ਨਹੀਂ ਆ, ਅਸੀਂ ਤਮੀਜ਼ ਵਾਲੇ ਵੀ ਹਾਂ, ਅਸੀਂ ਜਾਬਤੇ 'ਚ ਰਹਿਣਾ ਵੀ ਜਾਣਦੇ ਹਾਂ। ਗੱਲਾਂ ਹੋਰ ਕਰਦੇ ਰਵਾਂਗੇ। ਅੱਜ ਦੇ ਲਈ ਇੰਨਾ ਹੀ ਜੀ। ਸਤਿ ਸ਼੍ਰੀ ਅਕਾਲ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।